अस्सलाम वालेकुम जी। आप देख रहे हैं सिटी प्रेस क्लब और मैं हूं कलीम अब्बास। मैं इस वक्त जनाब पहुंचा हूं ईसा शाह गरीब गाँव में। तो ये हमारे नवीद भाई हैं। इनकी एक वीडियो जो है वो हमने सोशल मीडिया पर देखी और हमें अफसोस हुआ। इनका आज 33 दिन पहले जो है इनका बेटा उमैर जो 9 साला था, उमैर जो है वो घर से सौदा सलफ लेने जाता है और वापस नहीं आता, और 2 घंटे बाद उसकी जो लाश है वो खेतों से बरामद होती है। तो हम बड़ी अफसोस की घड़ी है, हम यहाँ पर पहुँचे हैं ईसा शागरिब में नवीद भाई को के घर। यहाँ पर इन्होंने गुजारिश की थी कि मेरी मदद की जाए सोशल मीडिया पर, तो हम लोग खुद आए और नवीद भाई से अभी बातचीत जो है वो शुरू करते हैं। नवीद भाई, क्या हाल है आपके? ठीक ठाक हैं जी, बहुत अच्छा। अच्छा नवीद भाई बताइएगा क्या मसला हुआ है, ये ज़रा बता दीजिएगा नाजरीन को भी। भाईजान, मैं ਇਸੇ ਚੌਂਕ ਦੇ ਵਿੱਚ ਹੀ ਕੰਮ ਕਰਦਾ ਰਿਹਾ ਹਾਂ ਤੇ ਬੇਟਾ ਮੇਰਾ ਵੀ ਜਿਹੜਾ ਹੈ ਉਹ ਸਾਡੀ ਰਿਹਾਇਸ਼ ਹੈ। ਬੇਟਾ ਮੇਰਾ ਚੀਜ਼ ਲੈਣ ਵਾਸਤੇ ਗਿਆ, ਸ਼ਾਮ ਦੀ ਅਜ਼ਾਨ ਕਿਤੇ ਹੋ ਗਈ ਦੀ ਸੀ, ਕਿਤੇ ਹੋਣ ਡਈ ਦੀ। ਸ਼ਾਮ ਦੀਆਂ ਅਜ਼ਾਨਾਂ ਦੇ ਦਰਮਿਆਨ ਚੀਜ਼ ਲੈਣ ਗਿਆ ਆ, ਚੀਜ਼ ਲੈ ਕੇ ਵਾਪਸ ਆਇਆ ਤੇ ਰਸਤੇ ਦੇ ਵਿੱਚ ਉਹਦਾ ਸੌਦਾ ਜਿਹੜਾ ਨਾ ਡਿੱਗਿਆ ਹੋਇਆ। 10-15 ਮਿੰਟ ਤੋਂ ਬਾਅਦ ਦੇ ਵਿੱਚ ਅਸੀਂ ਉਹਨੂੰ ਨਾ ਇੰਤਜ਼ਾਰ ਕਰਨ ਤੋਂ ਬਾਅਦ ਲੱਭਣਾ ਸ਼ੁਰੂ ਕਰ ਦਿੱਤਾ। ਜਦੋਂ ਉਹਦਾ ਸਾਨੂੰ ਸਮਾਨ ਮਿਲਿਆ, ਜਿਹੜੀਆਂ ਚੀਜ਼ਾਂ ਨਿਕਲੀਆਂ ਮਤਲਬ ਕਿ ਲੈਣ ਗਿਆ ਦਾ ਸੀ, ਉਹ ਸਾਨੂੰ ਲੱਭੀਆਂ ਨਾ ਤੇ ਸਾਡੀਆਂ ਚੀਖਾਂ ਨਿਕਲ ਗਈਆਂ ਨੇ ਵੇਖ ਕੇ ਕਿ ਸਾਡੇ ਬੱਚੇ ਦਾ ਸਮਾਨ ਇੱਥੇ ਪਿਆ ਦਾ ਤੇ ਬੱਚਾ ਸਾਡਾ ਕਿੱਥੇ ਚਲਾ ਗਿਆ ਹੈ। ਉਹਦੇ ਤੋਂ ਬਾਅਦ ਅਸੀਂ 15 ਤੇ ਕਾਲ ਚਲਾਈ ਹੈ, ਹੋਰ ਵੀ ਐਲਾਨ ਵੀ ਕਰਾਏ ਨੇ ਤੇ ਗਲੀ ਮਹੱਲਾ ਵੀ ਸਾਰਾ ਸੁਣ ਕੇ ਇਕੱਠਾ ਹੋ ਗਿਆ। ਹੋਰ ਵੀ ਦੁਨੀਆ ਕਾਫੀ ਸਾਰੀ ਲੈ ਕੇ ਐਲਾਨ ਸੁਣ ਕੇ ਆ ਗਈ ਹੈ ਕਿ ਕੀ ਮਾਮਲਾਤ ਨਾਲ ਕੀ ਹੋਇਆ ਤੁਹਾਡੇ ਨਾਲ। ਸਾਰਿਆਂ ਨੂੰ ਦੱਸਿਆ। ਚਲੋ ਇਹਨਾਂ ਲੋਕਾਂ ਦੀ ਬੜੀ ਮਿਹਰਬਾਨੀ, ਇਹਨਾਂ ਨੇ ਬੜਾ ਤਾਵਨ ਕੀਤਾ ਮੇਰੇ ਨਾਲ, ਜਿਹੜੇ ਕਿ ਸਾਰੇ ਉਸ ਟਾਈਮ ਤੇ ਰਾਤ ਦੇ ਹਨੇਰੇ ਦੇ ਵਿੱਚ ਮੇਰੇ ਨਾਲ ਲਾਈਟਾਂ ਲੈ ਕੇ ਦੌੜੇ ਰਹੇ ਨਾ ਵਿਚਾਰੇ। 2 ਘੰਟੇ ਤੋਂ ਬਾਅਦ ਸਾਨੂੰ ਮੇਰੇ ਪੁੱਤਰ ਦੀ ਲਾਸ਼ ਮਿਲੀ ਹੈ। ਇਹ ਨਾਲ ਹੀ 2-3 ਕਿੱਲੇ ਹਟਮੀ ਮਤਲਬ ਕਿ ਬਾਰਿਸ਼ ਦਾ ਪਾਣੀ ਹੋਇਆ ਦਾ ਜਮਾ, ਥੋੜ੍ਹਾ ਜਿੰਨਾ ਕੋਈ 2-2 4-4 ਇੰਚੀਆਂ ਪਾਣੀ ਸੀ, ਜਿਹਦੇ ਵਿੱਚ ਮੂਧਾ ਲਟਾ ਦਿੱਤਾ ਦਾ ਸੀ ਬੱਚੇ ਨੂੰ ਮਾਰ ਕੇ ਨਾ, ਤੇ ਉਹਦੇ ਵਿੱਚ ਮੂਧਿਆਂ ਲਟਾ ਦਿੱਤਾ ਦਾ ਸੀ। ਤੇ ਇੱਕ ਹੀ ਇੱਕ ਮੇਰਾ ਪੁੱਤਰ ਸੀ ਤੇ ਜੇ ਕੋਈ ਔਲਾਦ ਵਾਲਾ ਜਾਂ ਸੁਣਦਾ ਪਿਆ ਜਿਹਦੀ ਔਲਾਦ ਨਹੀਂ ਹੈ, ਜਾਂ ਇੱਕ ਹੀ ਔਲਾਦ ਦਾ ਮਤਲਬ ਕਿ ਵਾਰਸ ਹੈ ਜਿਹੜਾ, ਉਹ ਇਸ ਦੁੱਖ ਨੂੰ ਸਮਝ ਸਕਦਾ ਆ ਕਿ ਇੱਕ ਪੁੱਤਰ ਦਾ ਦੁੱਖ ਕੀ ਹੁੰਦਾ। ਜਿਹੜਾ ਮੇਰੇ ਕੋਲੋਂ ਉਹ ਵੀ ਖੋਹ ਲਿਆ ਆ, ਮੇਰਾ ਇੱਕ ਹੀ ਪੁੱਤਰ ਸੀ। ਤੇ ਮੈਂ ਖੁਦਾਰਾ ਹੱਥ ਜੋੜ ਕੇ ਅਪੀਲ ਕਰਨਾ ਆ ਇਸ ਪਾਕਿਸਤਾਨ ਦੇ ਸਾਰੇ ਆਲਾ ਹਕਾਮ ਅੱਗੇ ਕਿ ਯਾਰ ਮੇਰੀ ਮਦਦ ਕੀਤੀ ਜਾਏ ਔਰ ਮੇਰੇ ਬੇਟੇ ਦਾ ਇਨਸਾਫ ਮੈਨੂੰ ਦਿੱਤਾ ਜਾਏ। ਅੱਜ 33 ਤੋਂ 34 ਦਿਨ ਹੋ ਚੁੱਕਿਆ ਹੈ, ਮੇਰਾ ਬੇਟਾ ਜਿਹੜਾ ਨਾ ਅਜੇ ਤੱਕ ਉਹਦਾ ਪਤਾ ਹੀ ਨਹੀਂ ਹੈ ਸਾਨੂੰ ਕਿ ਮਤਲਬ ਕਿ ਉਹਦੇ ਨਾਲ ਕੀ ਹੋਇਆ, ਕੀ ਬਣਿਆ। ਸਾਨੂੰ ਅਜੇ ਤੱਕ ਕਿਸੇ ਕਿਸਮ ਦਾ ਇਨਸਾਫ ਫਰਾਹਮ ਨਹੀਂ ਕੀਤਾ ਗਿਆ। ਅੱਛਾ ਨਵੀਦ ਭਾਈ, ਮੈਨੂੰ ਨਵੀਦ ਭਾਈ ਮੈਨੂੰ ਇਹ ਦੱਸਿਓ ਕਿ 33 ਦਿਨ ਗੁਜ਼ਰ ਗਏ ਨੇ, ਪੁਲਿਸ ਨੇ ਤੁਹਾਡੇ ਨਾਲ ਕੀ ਤਾਵਨ ਕੀਤਾ ਹੈ? ਕਿਸੇ ਕਿਸਮ ਦਾ ਕੋਈ ਤਾਵਨ ਨਹੀਂ ਹੈ ਭਾਈਜਾਨ। ਪੁਲਿਸ ਵਾਲਿਆਂ ਕੋਲੋਂ ਜਾਂਦੇ ਆ ਤੇ ਉਹ ਸਾਨੂੰ ਆਖ ਛੱਡਦੇ ਨੇ ਅਜੇ ਤੱਕ ਤੁਹਾਡੀਆਂ ਫੋਰੈਂਸਿਕ ਰਿਪੋਰਟਾਂ ਜਿਹੜੀਆਂ ਨਾ ਉਹ ਨਹੀਂ ਆਈਆਂ, ਉਹ ਆਉਣਗੀਆਂ ਤੇ ਉਹਨਾਂ ਤੋਂ ਬਾਅਦ ਤੁਹਾਡਾ ਅੱਗੇ ਕੰਮ ਸ਼ੁਰੂ ਹੋਏਗਾ। ਪਹਿਲੇ ਆਖਦੇ ਸਨ 2 ਹਫ਼ਤੇ ਤੱਕ ਜਿਹੜੀਆਂ ਫੋਰੈਂਸਿਕ ਰਿਪੋਰਟਾਂ ਆ ਜਾਂਦੀਆਂ, ਫਿਰ ਆਖਦੇ ਹਨ ਮਹੀਨੇ ਦੇ ਵਿੱਚ ਆ ਜਾਂਦੀਆਂ ਨੇ। ਹੁਣ ਮਹੀਨਾ ਵੀ ਗੁਜ਼ਰ ਗਿਆ, ਹੁਣ ਅੱਜ 34 ਦਿਨ ਹੋ ਚੱਲੇ ਨੇ, ਹੁਣ ਵੀ ਇਹ ਗੱਲ ਆਖਦੇ ਨੇ ਬਸ ਹਫ਼ਤੇ ਡੇਢ तक आ जाएंगी। हाँ जी बिल्कुल, आपने कोई नहीं यकीन कराई जा रही। नवीद भाई की बात सुनी और वो बड़े सुरदा हैं। आज 33-34 दिन हो गया उनके बेटे की जो लाश है इससे 34 दिन पहले जो है वो बरामद हुई थी, मगर इंसाफ की वो अपील कर रहे हैं। दर बदर की ठोकरें जो है वो खा रहे हैं दर बदर की के खुदारा मेरे साथ इंसाफ किया जाए और जो मेरे बच्चे के मुल्ज़मान हैं उनको जो है सख्त से सख्त जो सज़ा है वो दिलवाई जाए। मेरे साथ उमैर की वालिदा भी मौजूद हैं, जो जिस वक़्त के हम लोग यहाँ पर आए हैं वो चुप करने का नाम नहीं ले रहे। हमने उनको ज़ाहिरी बात है अफसोस की घड़ी है और उनको यहाँ पर आके फिर आज जो है वो याद करवा दिया। तो ये उनकी वालिदा हैं। बाजी, आप क्या कहना चाहेंगी ज़रा? मैं इंसाफ मांगनी अपने पुत्र का, मेरे पुत्र ने इंसाफ मिल जाए। मुलाजिम ने कुछ नहीं सोचा, साढ़े पुत्र को कोई इंसाफ नहीं दिता। मैं बस इंसाफ चाहनी अपने पुत्र का, मेरे पुत्र का इंसाफ मिलना चाहिए मैनू, और मैनू कुछ नहीं, मेरे पुत्र का इंसाफ मिल जाए, मैनू वो खाता सामने आ जाए मेरे पुत्र का। अजी बात सुनी आपने, ये दोनों मियाँ बीवी हैं और एक छोटी सी बच्ची है इनकी, और इनका जो बेटा है वो आपको बता रहे हैं कि जी चंद दिन पहले जो है वो
اس کی لاش جو ہے وہ کھیتوں سے برآمد ہوئی ہے، مگر یہ در بدر کی ٹھوکریں کھا رہے ہیں۔ 1 ماہ سے زائد کا عرصہ ہو چکا ہے، ان کو کسی قسم کا جو انصاف ہے وہ فراہم نہیں کیا گیا۔ یہ جاتے ہیں تھانے میں، واپس آ جاتے ہیں، اور انہوں نے ہمارے ساتھ ریکویسٹ کی تھی کہ آپ لوگ یہاں پر آئیں اور ہمیں انصاف دلوائیں، تو ہم جو ہے وہ اپنے دیکھنے والے ناظرین سے جو ہے وہ اپیل کرتے ہیں کہ خدا را اس پوسٹ کو جو ہے وہ زیادہ سے زیادہ شیئر کیجیے گا، تاکہ جو اعلیٰ حکمران ہیں ان تک یہ جو ان کی آہیں اور سسکیاں ہیں یہ پہنچ سکے، اور ڈی پی او ناروال سے ریکویسٹڈ ہیں ہم لوگ کہ ان کو انصاف دیا جائے۔